ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦਿਆ ਮਿਲਾਏ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦਿਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾਂ ਨਾਹੀ ਜਾਏ। ਇਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਈਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜੇਹਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀ ਅਨ ਜਾਏ। ਸੰਸਾਰ ਸਾਗਰ ਤੇ ਰੱਖੀਅਨ, ਬਹੁੜ ਨ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨ ਤਮਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹ ਸਚ ਖਰੇ। ਸਰਬ ਸੁਖਾਂ ਨਿਧ ਚਰਨ ਹਰ, ਭਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਬਿਖਿਆ ਨਾਹੀਂ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸਚ ਭਰੇ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਮਹਾ ਦਿਵਸ ਮੁਹੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾ ਦਿਵਸ ਮੁਹੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ
ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਤੇ ਮਾਣ, ਨਿਤਾਣਿਆਂ ਤੇ ਤਾਣੀ, ਓਟਿਆਂ ਦੀ ਓਟ। ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋਂ, ਵਡਭਾਗੇ ਹਾਂ। ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪਾਂ ਸਭਨਾਂ ਨੂੰ ਸਤਸੰਗਤ ਕਰਨ ਦਾ ਇਸ ਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਸਦਕਾ ਜਿੱਥੇ ਆਪ ਜੀ ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਜੁੜ ਕਰਕੇ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਹੋ, ਸਮੇਂ ਦੀ ਤਬਦੀਲੀ ਦੇ ਹਿਸਾਬ ਨਾਲ, ਰੁੱਤਾਂ ਦੇ ਫੇਰ ਬਦਲ ਦੇ ਹਿਸਾਬ ਨਾਲ ਅੱਜ ਤੋਂ ਫੱਗਣ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰਾਂ ਨੇ ਇਹਨੂੰ ਫਲਗੁਣ ਕਰਕੇ ਲਿਖਿਆ ਹੈ। ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਇਹ ਸਾਲ ਦਾ ਅਖੀਰਲਾ ਮਹੀਨਾ ਹੈ। ਭਾਵੇਂ ਕੋਈ ਬਿਜ਼ਨਸਮੈਨ ਹੈ, ਭਾਵੇਂ ਕੋਈ ਆਪਣਾ ਛੋਟਾ ਮੋਟਾ ਧੰਦਾ ਕਰਦਾ ਹੈ, ਕਈ ਵਾਰੀ ਉਹ ਵਿਚਾਰਦਾ ਹੈ ਕਿ ਪੂਰੇ ਸਾਲ ਦੇ ਵਿੱਚ ਮੈਂ ਇੰਨਾ ਪੈਸਾ ਆਪਣੇ ਬਿਜ਼ਨਸ ਵਿੱਚ ਲਾਇਆ, ਮੈਨੂੰ ਫਾਇਦਾ ਕੀ ਹੋਇਆ ਹੈ। ਅੰਗਰੇਜ਼ੀ ਵਿੱਚ ਇਹਨੂੰ ਆਪਾਂ ਆਊਟਪੁੱਟ ਵੀ ਕਹਿੰਦੇ ਹਾਂ। ਆਊਟਪੁੱਟ ਕੱਢਦਾ ਹੈ, ਕੀ ਗਿਆ, ਕੀ ਆਇਆ, ਕੀ ਗਵਾਇਆ, ਮੈਂ ਕੀ ਕਮਾਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰੱਬੀ ਬਖਸ਼ਿਸ਼ ਮਾਝ ਰਾਗ ਅੰਦਰ ਦਰਜ ਇਹ ਪਾਵਨ ਅੰਮ੍ਰਿਤਮਈ ਬਾਣੀ 12 ਮਾਹ। ਸਿਰਲੇਖ ਤੋਂ ਹੀ ਪਤਾ ਚੱਲਦਾ ਹੈ 12 ਦੇ ਅਰਥ ਗਿਣਤੀ ਵਾਲਾ, 12 ਮਾਹ ਦੇ ਅਰਥ ਮਹੀਨੇ। ਤੇ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗਾ, ਜਿਹੜੇ ਇੱਥੇ ਬਹਿ ਕੇ ਵੀ ਸੁਣ ਰਹੇ ਹੋ, ਘਰਾਂ ਵਿੱਚ ਵਿਦੇਸ਼ਾਂ ਵਿੱਚ ਵੀ ਸੁਣਦੇ ਹੋ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਸੇ ਇੱਕ ਵਿਸ਼ੇਸ਼ ਦਿਨ ਨਾਲ, ਕਿਸੇ ਵਿਸ਼ੇਸ਼ ਰੁੱਤ ਦੇ ਨਾਲ ਨਹੀਂ ਜੋੜਿਆ। ਇਹ ਸਿੱਖ ਹਮੇਸ਼ਾ ਧਿਆਨ ਰੱਖੇ। ਗੱਲ ਕੀ ਹੈ, ਡਾਕਟਰ ਜਦੋਂ ਕਿਸੇ ਮਰੀਜ਼ ਨੂੰ ਦਵਾ ਦਿੰਦਾ ਹੈ ਨਾ, ਉਹਦੀ ਬਿਮਾਰੀ ਵੇਖਦਾ ਤੇ ਬਿਮਾਰੀ ਦੇ ਹਿਸਾਬ ਨਾਲ ਉਹਨੂੰ ਦਵਾ ਦਿੱਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਦੁਨੀਆ ਦੀ ਬਿਮਾਰੀ ਤੱਕੀ ਤੇ ਦਿਨਾਂ ਵਿੱਚ ਫਸੇ ਹੋਏ ਨੇ, ਇਹ ਤੇ ਮੂਰਤਾਂ ਵਿੱਚ ਫਸੇ ਹੋਏ ਨੇ, ਇਹ ਤੇ ਬਾਹਰਲੇ ਇਸ਼ਨਾਨਾਂ ਵਿੱਚ ਫਸੇ ਹੋਏ ਨੇ। ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਲੋਂ ਵੀ ਉਚਾਰਨ ਕੀਤੀ ਹੋਈ ਹੈ ਬਾਣੀ 12 ਮਾਹ। ਇੱਕ ਰਾਗ ਤੁਖਾਰੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵੀ ਹੈ। ਪ੍ਰਚਲਿਤ ਹੋਣ ਕਰਕੇ ਗੁਰੂ ਘਰਾਂ ਦੇ ਵਿੱਚ ਇਹ ਅੰਮ੍ਰਿਤਮਈ ਬਾਣੀ ਦੀ ਵਿਚਾਰ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਤੱਕਿਆ, ਕਹਿੰਦੇ ਬਿਮਾਰ ਹੋਏ ਨੇ, ਬਿਮਾਰੀ ਵੇਖ ਕੇ ਦਵਾ ਦਿੱਤੀ ਗਈ। ਸਿਆਣਾ ਡਾਕਟਰ ਉਹਨੂੰ ਹੀ ਕਹਿੰਦੇ ਆ ਜਿਹੜਾ ਸਦ ਸੰਗਤ ਬਿਮਾਰੀ ਦੀ ਠੀਕ ਦਵਾ ਦੇਵੇ। ਕਿਉਂ ਡਾਕਟਰ ਤੇ ਪਹਿਲਾਂ ਵੀ ਸੀਗੇ ਨਾ, ਉਹਨਾਂ ਨੇ ਹੱਲ ਹੋਰ ਕੱਢ ਲਏ। ਵੀਰਵਾਰ ਨੂੰ ਨਹੀਂ ਪੂਜਣਾ, ਤੁਸੀਂ ਵੀਰਵਾਰ ਨੂੰ ਇਹ ਕੰਮ ਕਰ ਲੈਣਾ। ਮੈਂ ਕੱਲ ਹੀ ਇੱਥੇ ਬੈਠਾ ਕਥਾ ਕਰ ਰਿਹਾ ਸੀ, ਖਿਮਾ ਕਰਨਾ ਹੁਣ ਕਹਿਣਾ ਪੈਂਦਾ, ਮਜਬੂਰੀ ਹੈ। ਕੱਲ ਹੀ ਵੀਰਵਾਰ ਸੀਗਾ। ਭਾਈ ਸਾਹਿਬ ਆਏ, ਪੀਲੀ ਦਾਲ ਦਾ ਪੈਕਟ ਹੱਥ ਦੇ ਵਿੱਚ ਸੀ, ਉੱਥੇ ਹੀ ਰੱਖਿਆ ਡੱਬੇ ਵਿੱਚ, ਹੱਥ ਜੋੜ ਕੇ ਲੰਘ ਗਏ। ਇੱਥੇ ਫਸੇ ਹਾਂ ਅਸੀਂ। ਸ਼ਨੀਚਰਵਾਰ ਹੈ, ਅੱਜ ਕਾਲੀ ਦਾਲ, ਅੱਜ ਕਾਲੇ ਛੋਲੇ, ਅੱਜ ਤੇਲ ਲੈ ਕੇ ਜਾਣਾ ਹੈ।
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਬਿਮਾਰੀਆਂ ਵੇਖੀਆਂ ਤੇ ਫਿਰ ਇਹਨਾਂ ਬਿਮਾਰੀਆਂ ਨੂੰ ਕੱਢਣ ਲਈ ਦਵਾ ਦਿੱਤੀ। ਸੰਸਾਰਿਕ ਦਵਾ ਜਿਹੜੀ ਹੈ ਉਹਦਾ ਵੀ ਪਰਹੇਜ਼ ਹੈ, ਇਹ ਦਵਾ ਦਾ ਵੀ ਪਰਹੇਜ਼ ਹੈ। ਇਹ ਨਹੀਂ ਕਿ ਦਵਾ ਲੈ ਕੇ ਆ ਗਏ ਤੇ ਘਰ ਦੇ ਵਿੱਚ ਕਿਸੇ ਖੁੰਝੇ ਵਿੱਚ ਲਾ ਕੇ ਰੱਖ ਦਿੱਤੀ। ਵੇਖਣ ਨਾਲ ਦਵਾ ਦਾ ਟਾਈਮ ਪੜਨ ਨਾਲ ਦਵਾ ਆਰਾਮ ਨਹੀਂ ਕਰੂਗੀ। ਜਦੋਂ ਤੱਕ ਤੁਸੀਂ ਉਹਨੂੰ ਸਮੇਂ ਨਾਲ ਖਾਓਗੇ ਨਹੀਂ, ਉਹਦਾ ਜਿਹੜਾ ਪਰਹੇਜ਼ ਡਾਕਟਰ ਨੇ ਦੱਸਿਆ ਉਹ ਜੇ ਨਹੀਂ ਕਰੋਗੇ ਫਿਰ ਸਤ ਸੰਗਤ ਆਰਾਮ ਨਹੀਂ ਜੇ ਲੱਗਣਾ। ਪਤਾ ਨਹੀਂ ਕਿੰਨੀਆਂ ਸੰਗਰਾਂਤਾਂ, ਕਿੰਨੀਆਂ ਪੂਰਨਮਾਸੀਆਂ, ਦਸਵੀਆਂ ਲੰਘ ਗਈਆਂ, ਦਵਾਈ ਤੇ ਸੁਣੀ ਪਰ ਦਵਾਈ ਨੂੰ ਲਿਆ ਨਹੀਂ। ਸੁਣ ਤੇ ਲਈ ਪਰ ਦਵਾਈ ਲਿਆ ਕੇ ਕਿਸੇ ਖੁੰਝੇ ਦੇ ਵਿੱਚ ਰੱਖ ਦਿੱਤੀ, ਦਿਮਾਗ ਦੇ ਕਹਿ ਦਈਏ ਮਨ ਦੇ ਕਿਸੇ ਖੁੰਝੇ ਵਿੱਚ ਰੱਖ ਦਿੱਤੀ, ਚਲੋ ਸੁਣ ਆਏ ਨਹੀਂ। ਹੁਣ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੇਖੋ ਫੱਗਣ ਇਹ ਜਦੋਂ ਉਚਾਰਨ ਕੀਤਾ ਨਾ ਜੀ, ਇਹਦਾ ਸਿਰਲੇਖ ਲਿਖਿਆ ਫਲ ਗੁਣ। ਹੁਣ ਸਤਿਗੁਰੂ ਕਹਿੰਦੇ ਆਰੰਭ ਤੋਂ ਲੈ ਕੇ ਨਾ, ਚੇਤ ਤੋਂ ਲੈ ਕੇ ਤੇ ਹੁਣ ਅਖੀਰਲੇ ਮਹੀਨੇ ਤੇ ਆ ਕੇ ਪਤਾ ਚੱਲੇਗਾ ਰਿਜ਼ਲਟ ਕੀ ਨਿਕਲਿਆ। ਫਲ ਕਦ ਮਿਲੂਗਾ? ਜੇ ਤੇਰੇ ਅੰਦਰ ਗੁਣ ਹੋਣਗੇ। ਤੇ ਗੁਣ ਕਿਹੋ ਜਿਹੇ ਹੋਣੇ ਚਾਹੀਦੇ ਨੇ? ਤੇਰੀ ਆਪ ਦੀ ਸਿਆਣਪ ਨਹੀਂ ਹੋਣੀ ਚਾਹੀਦੀ ਹੈ। ਉਹ ਗੁਣ ਕਿੱਦਾਂ ਨੇ? ਜਾਏ ਪੁੱਛੋ ਸੁਖਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਇੱਕ ਕਮਾਈ ਵਾਲੇ ਨੂੰ ਪੁੱਛ ਲਓ ਜਾ ਕੇ, ਉਹ ਫਿਰ ਗੁਣ ਦੱਸ ਦਿੰਦਾ ਹੈ। ਉਹ ਕਹਿੰਦਾ ਫਿਰ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ, ਇਹ ਗੁਣ ਉੱਥੋਂ ਮਿਲਿਆ। ਤੇ ਸਪਸ਼ਟ ਹੈ ਦਾਤਾ ਜੀ ਕਹਿੰਦੇ ਗੁਣ ਕਹਿ ਗੁਣੀ ਸਮਾਵਣਿਆ। ਜਿਵੇਂ ਜਿਵੇਂ ਗੁਣ ਗਾਈ ਜਾਓਗੇ, ਗੁਣ ਕਹਿ ਕਹਿ ਕੇ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ। ਆਓ ਯਤਨ ਕਰੀਏ। ਫਿਰ ਦੁਹਰਾ ਰਿਹਾ ਇੱਕ ਵਾਰੀ, ਸੰਗਰਾਂਤ ਨਾਮਕ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਨਹੀਂ ਹੈ। ਅਸਲ ਦੇ ਵਿੱਚ ਸੂਰਜ ਦੇ ਰੁੱਤ ਬਦਲਣ ਕਹਿ ਲਈਏ, ਜਾਂ ਸੂਰਜ ਦੀ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਣ ਨੂੰ ਕਿਹਾ ਗਿਆ ਹੈ। ਸਤਿਗੁਰੂ ਤੇ ਵੇਖੋ ਨਾ, ਚੇਤ ਤੋਂ ਲੈ ਕੇ ਫੱਗਣ ਤੱਕ ਸਾਰੇ ਮਹੀਨੇ ਉਚਾਰਨ ਕਰਨ ਤੋਂ ਬਾਅਦ ਇੱਕ ਚੇਤ ਤੋਂ ਪਹਿਲਾਂ ਮੰਗਲ ਹੈ, ਜਿੱਥੇ ਆਪਾਂ ਪੜ੍ਹਦੇ ਹਾਂ ਕਿਰਤ ਕਰਮ ਕੇ ਵਿਛੜੇ। ਆ ਇੱਕ ਫੱਗਣ ਤੋਂ ਬਾਅਦ ਅੱਜ ਫਿਰ ਮੰਗਲ ਹੈ, ਜਿਹਦੇ ਵਿੱਚ ਸਤਿਗੁਰੂ ਨੇ ਕਿਹਾ ਚੇਤ ਵਿੱਚ ਗੁਰੂ ਘਰੇ ਜਾਓ, ਸਾਵਣ ਵਿੱਚ ਜਾਓ, ਜਿਹੜੇ ਮਰਜ਼ੀ ਮਹੀਨੇ ਵਿੱਚ ਜਾਓ, ਪਰ ਜਦੋਂ ਤੱਕ ਇਹ ਕੰਮ ਨਹੀਂ ਕਰੋਗੇ, ਸਤਿਗੁਰੂ ਕਿਹੜਾ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਉਦੋਂ ਤੱਕ ਨਹੀਂ ਜੇ ਗੱਲ ਬਣਦੀ। ਭਾਵੇਂ ਚੇਤ ਵਿੱਚ ਜਾਓ, ਫਿਰ ਸਤ ਸੰਗਤ ਸਾਵਣ ਵਿੱਚ ਜਾਓ, ਕੱਤਕ ਵਿੱਚ ਜਾਓ, ਭਾਦੋ ਵਿੱਚ ਜਾਓ, ਜੇਠ ਵਿੱਚ ਜਾਓ, ਜਿਹੜਾ ਮਰਜ਼ੀ ਮਹੀਨਾ ਪਵੇ। ਤੇ ਕਹਿੰਦੇ ਜੇ ਸਿੱਖਾ ਦਿਨਾਂ ਦੀ ਗੱਲ ਕਰਦਾ, ਮੈਂ ਤੈਨੂੰ ਫੇਰ ਕਹਿ ਦੇਣਾ, ਚੇਤ ਤੋਂ ਲੈ ਕੇ ਫੱਗਣ ਤੱਕ ਜਿਹੜਾ ਮਰਜ਼ੀ ਮਹੀਨਾ ਪਵੇ, ਗੱਲ ਇੱਥੇ ਹੀ ਆ ਕੇ ਨਿਬੜਨੀ ਹੈ। ਕਿੱਥੇ ਜੀ? ਮਹਾ ਦਿਵਸ ਮੂਹਰਤ ਭਲੇ ਜਿਸ ਕੋ ਨਦਰ ਕਰੇ। ਉਹਦੇ ਲਈ ਹਰ ਇੱਕ ਦਿਨ, ਹਰ ਇੱਕ ਮਹੀਨਾ, ਹਰ ਇੱਕ ਰੁੱਤ ਚੰਗੀ ਹੈ ਜਿਹਦੇ ਉੱਤੇ ਮਾਲਕ ਦੀ ਨਜ਼ਰ ਹੋ ਜਾਵੇ, ਕਿਰਪਾ ਹੋ ਜਾਵੇ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਫਿਰ ਇਹ ਧਿਆਨ ਦੇਣ ਯੋਗ ਵਚਨ ਨੇ। ਹੋਰਨਾਂ ਦੀ ਨਹੀਂ ਗੱਲ ਕਰਦਾ, ਘੱਟੋ ਘੱਟ ਉਹ ਤੇ ਸੁਚੇਤ ਹੋ ਜਾਓ ਨਾ ਜਿਨ੍ਹਾਂ ਦੇ ਨਾਂ ਦੇ ਮਗਰ ਕੌਰ ਅਤੇ ਸਿੰਘ ਲੱਗਦਾ ਹੈ, ਉਹ ਸੁਚੇਤ ਹੋਣ ਜ਼ਰੂਰੀ ਹੈ। ਉਹ ਵੀ ਹਾਲੇ ਦਿਨਾਂ ਦੇ ਵਿੱਚ ਫਸੇ ਹੋਏ ਨੇ। ਵੀਰਵਾਰ ਨੂੰ ਅੱਜ ਪੁੱਤਰ ਜੀ ਅੱਜ ਸਿਰ ਨਹੀਂ ਧੋਣਾ, ਅੱਜ ਵੀਰਵਾਰ ਹੈ, ਅੱਜ ਨਹੁੰ ਨਹੀਂ ਕੱਟਣੀ। ਮੈਂ ਹੈਰਾਨ ਕੋਨਾ, ਪੜ੍ਹੇ ਲਿਖੇ ਵੈਲ ਐਜੂਕੇਟਡ ਜਿਹੜੇ ਨੇ ਨਾ, ਜਿਨ੍ਹਾਂ ਨੇ ਵਧੀਆ ਪੜ੍ਹਾਈ ਕੀਤੀ, ਉਹ ਵੀ ਇੱਥੇ ਫਸੇ ਨੇ। ਆਪਾਂ ਨਿਕਲਣਾ ਹੈ, ਆ ਮਹੀਨੇ ਦੀ ਸੰਪੂਰਨਤਾ ਹੋ ਰਹੀ ਹੈ। ਦੇਖੀਏ ਕੀ ਆਊਟਪੁੱਟ ਨਿਕਲੀ ਹੈ ਸਾਡੇ ਜੀਵਨ ਦੀ। ਅਗਲੇ ਮਹੀਨੇ ਫਿਰ ਨਵੇਂ ਸਾਲ ਦੀ ਆਰੰਭਤਾ ਹੈ। ਅੱਜ ਸ਼ਾਮ ਨੂੰ ਵੀ ਗੁਰਮੁਖਾਂ ਨੇ ਦੀਵਾਨ ਰੱਖੇ ਨੇ। ਸਿਮਰਨ ਸਾਧਨਾ ਤੋਂ ਬਾਅਦ ਦਾਸ ਨੇ ਫਿਰ ਹਾਜ਼ਰੀ ਭਰਨੀ ਹੈ। ਆਓ ਇਹਨਾਂ ਬਚਨਾਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸ਼ਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ,
ਘਰਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਲਵਾਓ ਹਾਜ਼ਰੀ, ਕਰੋ ਰਸਨਾ ਪਵਿੱਤਰ ਪਿਆਰ ਨਾਲ, ਸਾਰੇ ਜਪਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਲ ਦਾ ਸਤ ਸੰਗਤ ਸੰਪੂਰਨਤਾ ਵਾਲਾ ਇਹ ਮਹੀਨਾ ਕਹਿ ਦਾਤਾ ਜੀ ਆਖਦੇ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦਾ ਮਹੀਨਾ ਕਹਿੰਦੇ ਤੇਰੇ ਲਈ ਤਾਂ ਆਨੰਦਮਈ ਹੈ, ਹਰ ਸੱਜਣ ਪ੍ਰਗਟੇ ਆਏ, ਜੇ ਪਰਮਾਤਮਾ ਰੂਪੀ ਸੱਜਣ ਤੇਰੇ ਅੰਦਰ ਪ੍ਰਗਟ ਹੋ ਜਾਵੇ। ਜਨਮ ਨਹੀਂ ਕਿਹਾ, ਪ੍ਰਗਟ ਕਿਹਾ। ਇੱਥੋਂ ਇੱਕ ਗੱਲ ਸਮਝ ਆ ਜਾਂਦੀ ਹੈ, ਚੀਜ਼ ਉਹ ਪ੍ਰਗਟ ਹੁੰਦੀ ਹੈ ਜਿਹੜੀ ਪਹਿਲਾਂ ਤੋਂ ਹੋਵੇ। ਪ੍ਰਗਟ ਉਹੀ ਹੁੰਦਾ ਨਾ ਜਿਹੜਾ ਪਹਿਲਾਂ ਤੋਂ ਹੋਵੇ। ਜਨਮ ਉਹਦਾ ਹੁੰਦਾ ਜਿਹੜਾ ਪਹਿਲਾਂ ਤੋਂ ਨਹੀਂ ਹੈ। ਇਹਦਾ ਮਤਲਬ ਰੱਬ ਸਾਡੇ ਸਾਰਿਆਂ ਦੇ ਅੰਦਰ ਹੈ। ਦਾਤਾ ਜੀ ਕਹਿੰਦੇ ਫੱਗਣ ਦਾ ਮਹੀਨਾ ਚੜਿਆ ਹੈ, ਮੈਂ ਤੈਨੂੰ ਕੁਝ ਨੁਕਤੇ ਦੱਸਣ ਲੱਗਾ, ਜਿਹੜਾ ਤੇਰੇ ਅੰਦਰ ਹੈ ਤੂੰ ਉਹਨੂੰ ਪ੍ਰਗਟ ਕਰ ਲੈ। ਜਿਹੜਾ ਤੇਰੇ ਅੰਦਰ ਹੈ ਤੂੰ ਉਹਨੂੰ ਪ੍ਰਗਟ ਕਰ ਲੈ। ਪ੍ਰਗਟ ਕਿਵੇਂ ਹੋਵੇਗਾ? ਪ੍ਰਗਟ ਹੋਵੇਗਾ, ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਿਹੜਾ ਤੂੰ ਭੁੱਲਿਆ ਫਿਰਦਾ ਨਾ ਗਲਤ ਪਾਸੇ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਗੁਰੂ ਨੇ ਤੈਨੂੰ ਨੇੜੇ ਵਿਖਾ ਦੇਣਾ। ਵੇਖੋ ਫਿਰ ਦੁਹਰਾ ਰਿਹਾ ਇੱਕ ਵਾਰੀ ਪੰਕਤੀ ਨੂੰ, ਪਕੜ ਵਿੱਚ ਲਿਆਉਣ ਦਾ ਯਤਨ ਕਰਨਾ। ਫਲ ਗੁਣ, ਫਲ ਦੇ ਅਰਥ ਆਪਾਂ ਸਾਰੇ ਸਮਝਦੇ ਹਾਂ। ਦੱਸ ਮੈਨੂੰ ਕੀ ਫਲ ਮਿਲਿਆ ਤੇਰੇ ਨਾਲ ਰਹਿ ਕੇ? ਸਤਿਗੁਰੂ ਕਹਿੰਦੇ ਤੇਰੇ ਗੁਣਾ ਕਰਕੇ ਤੈਨੂੰ ਫਲ ਮਿਲੇਗਾ। ਨਾਣੇ ਦੇ ਨਾਲ ਸਿਹਾਰੀ ਹੈ, ਜੇ ਫਲ ਚਾਹੁੰਦਾ ਹੈ ਤੇ ਗੁਣ ਕਰਕੇ ਮਿਲਣਾ ਹੈ। ਆਨੰਦ ਉਪਾਰਜਨਾ, ਤੇਰੇ ਅੰਦਰ ਆਨੰਦ ਪੈਦਾ ਹੋਵੇਗਾ। ਉਹ ਆਨੰਦ ਕਿਹੋ ਜਿਹਾ ਹੁੰਦਾ ਹੈ ਜੀ? ਉਹ ਆਨੰਦ ਇਦਾਂ ਦਾ ਨਹੀਂ ਹੈਗਾ ਕਿ ਜੀ ਮਾੜੀ ਜੀ ਮੁਸੀਬਤ ਆਈ ਤੇ ਬੰਦਾ ਡੋਲ ਗਿਆ। ਉਹ ਆਨੰਦ ਇਦਾਂ ਦਾ ਹੈ, ਸਤ ਸੰਗਤ ਤਤੀ ਤਵੀ ਤੇ ਬਹਿ ਕੇ ਵੀ ਆਉਂਦਾ ਹੈ। ਸੀਸ ਦੇ ਵਿੱਚ ਰੇਤ ਪੈਂਦੀ ਹੋਏ ਭਖਦੀ ਕੋਈ, ਫਿਰ ਵੀ ਆਨੰਦ ਵਾਲਾ ਕਹਿੰਦਾ ਤੇਰਾ ਕੀਆ ਮਿੱਠਾ ਲੱਗੇ। ਇਹ ਉਹ ਆਨੰਦ ਹੈ ਜਿਹੜਾ ਆਪਾਂ ਸਮਝਣਾ ਹੈ। ਇਹ ਨਹੀਂ ਫੱਗਣ ਦਾ ਅਰਥ ਇਹ ਨਹੀਂ ਕਹਿ ਹੋਲੀ ਆਈ ਤੇ ਇੱਕ ਦੂਜੇ ਦੇ ਉੱਤੇ ਰੰਗ ਸੁੱਟੋ, ਨਹੀਂ। ਸਤਿਗੁਰੂ ਤੇ ਕਹਿੰਦੇ ਨੇ ਆਜ ਹਮਾਰੇ ਬਨੇ ਭਾਗ, ਕਹਿੰਦੇ ਮੇਰੇ ਲਈ ਤੇ ਰੋਜ਼ ਹੋਲੀ ਹੈ। ਸੁਣਨਾ ਜੀ ਧਿਆਨ ਨਾਲ, ਸਿੱਖ ਦੇ ਲਈ ਰੋਜ਼ ਹੋਲੀ ਹੈ। ਆਜ ਹਮਾਰੇ ਬਨੇ ਭਾਗ, ਪਰ ਕਿੱਦਾਂ? ਪ੍ਰਭ ਸੰਗੀ ਮਿਲ ਖੇਲਣ ਲਾਗ। ਜਿਹੜੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਨੇ ਨਾ, ਜੇ ਹੋਲੀ ਖੇਡਣੀ ਤੇ ਉਹਨਾਂ ਦੇ ਨਾਲ ਖੇਡੀ। ਕਿਵੇਂ ਜੀ? ਆਜ ਹਮਾਰੇ ਬਨੇ ਭਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਹੋਲੀ ਕੀਨੀ ਸੰਤ ਸੇਵ, ਮੇਰੀ ਹੋਲੀ ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਹੈ। ਜਦ ਮੈਂ ਉਹਨਾਂ ਦੀ ਸੇਵਾ ਦੇ ਅਰਥ ਉਹਨਾਂ ਦੇ ਬਚਨਾਂ ਨੂੰ ਮੰਨਿਆ ਤੇ ਫਿਰ ਕੀ ਹੋਇਆ ਜੀ? ਰੰਗ ਲਾਗਾ ਅਤ ਲਾਲ ਦੇਵ। ਉਹ ਜਿਹੜਾ ਨਾਮ ਰੂਪੀ ਰੰਗ ਲੱਗਿਆ ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਸੱਚ ਦਾ ਰੰਗ ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵੱਡ ਭਾਗਾ। ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਸਾਡੇ ਤੇ ਲਾਲ ਰੰਗ ਦੇ ਕੱਪੜੇ ਫੇਰ ਮੈਲੇ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਜਿਸ ਨੂੰ ਨਾਮ ਦਾ, ਪਰਮਾਤਮਾ ਦੇ ਪ੍ਰੇਮ ਦਾ ਰੰਗ ਲੱਗਿਆ, ਉਹ ਕਦੇ ਵੀ ਮੈਲਾ ਨਹੀਂ ਹੋਵੇਗਾ। ਫਲਗੁਣ ਆਨੰਦ ਉਪਾਰਜਨਾ, ਉਪਾਰਜਨਾ ਦੇ ਅਰਥ ਉਤਪੰਨ ਹੋਣਾ, ਪੈਦਾ ਹੋਣਾ। ਪਰ ਕਦ? ਹਰ ਸੱਜਣ ਪ੍ਰਗਟੇ ਆਏ, ਜਿਸ ਦਿਨ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਗਿਆ। ਪ੍ਰਗਟ ਕਰਨ ਲਈ ਵੇਖੋ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਨਾ, ਚੌਂਕੜੇ ਮਾਰ ਕੇ, ਧਰਤੀ ਦੇ ਵਿੱਚ ਹਰ ਥਾਂ ਤੇ ਪਾਣੀ ਹੈ। ਹਰ ਥਾਂ ਤੇ ਪਾਣੀ ਹੈ ਜੀ। ਜਿਹੜਾ ਬੋਰ ਪੁੱਟੂਗਾ ਨਾ, ਪਾਣੀ ਉੱਥੇ ਹੀ ਪ੍ਰਗਟ ਹੋ ਜਾਣਾ। ਬਸ ਆਹੀ ਹੈ ਨੁਕਤਾ। ਜੇ ਕਿਤੇ ਜ਼ਿੰਦਗੀ ਦਾ ਆਪਾਂ ਸਮਝ ਲਈਏ ਨਾ, ਪਾਣੀ ਤੇ ਹਰ ਥਾਂ ਤੇ, ਇੱਧਰ ਮਾਤਾ ਜੀ ਬੈਠੇ, ਤੁਸੀਂ ਬੈਠੇ ਹੋ, ਸਾਰੇ ਬੈਠੇ ਆ, ਹਰ ਇੱਕ ਦੇ ਹੇਠਾਂ ਪਾਣੀ ਹੈ। ਜਿਹੜਾ ਬੋਰ ਲਾਊਗਾ, ਜ਼ਮੀਨ ਨੂੰ ਪੁੱਟੂਗਾ,
ਉਹ ਪਾਣੀ ਪ੍ਰਗਟ ਕਰ ਲੂਗਾ। ਸਤਿਗੁਰੂ ਕਹਿੰਦੇ ਮਾਲਕ ਪਰਮਾਤਮਾ ਵੀ ਖਾਰਿਕ ਦੇ ਅੰਦਰ ਵਸਦਾ ਹੈ। ਜਿਹੜਾ ਆਪਣੇ ਆਪ ਨੂੰ ਵਿਚਾਰੇਗਾ, ਆਪਣੇ ਆਪ ਨੂੰ ਪੜਚੋਲੇਗਾ, ਉਹ ਪ੍ਰਗਟ ਕਰ ਲਵੇਗਾ, ਉਹ ਪ੍ਰਗਟ ਕਰ ਲਵੇਗਾ। ਅਸੀਂ ਤੇ ਹਲੇ ਇੱਥੇ ਹੀ ਖਲੋਤੇ ਨਾ ਦੂਜਿਆਂ ਦੇ ਪਰਦੇ ਫਰੋਲਣ ਨੂੰ। ਉਹ ਕੀ ਕਰਦਾ ਹੈ, ਉਹਨੇ ਕੀ ਕੀਤਾ। ਉਹ ਕਈ ਵਾਰੀ ਤੇ ਸੋਸ਼ਲ ਸਾਈਟ ਮੀਡੀਆ ਇਹਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੁੰਦਾ ਕੌਣ ਹੈ, ਉਹਨੂੰ ਹੀ ਵੇਖ ਵੇਖ ਕੇ ਗਾਲਾਂ ਕੱਢੀ ਜਾਂਦੇ ਆ। ਹਲੇ ਤੇ ਅਸੀਂ ਇੱਥੇ ਫਸੇ ਆ ਨਾ। ਸਤਿਗੁਰੂ ਕਹਿੰਦੇ ਨੇ ਨਹੀਂ, ਆਪਣੇ ਆਪ ਨੂੰ ਖੋਜ। ਉਹ ਆਨੰਦ ਬਾਹਰੋਂ ਕਿੱਥੇ ਨਹੀਂ ਜੇ ਮਿਲਣਾ। ਤੂੰ ਆਖੇ ਜੰਗਲ ਵਿੱਚ ਜਾ ਕੇ ਕਿੱਥੇ ਆਨੰਦ ਮਿਲੂਗਾ, ਘਰ ਬਾਰ ਛੱਡ ਕੇ ਕਿੱਥੇ ਆਨੰਦ ਮਿਲੂਗਾ, ਗੰਗਾ ਦੇ ਕਿਨਾਰੇ ਬਹਿ ਕੇ ਆਨੰਦ ਮਿਲ ਜੂਗਾ। ਨਹੀਂ, ਉਹ ਆਨੰਦ ਸਵਰੂਪ ਪਰਮਾਤਮਾ ਤੇ ਤੇਰੇ ਅੰਦਰ ਹੀ ਹੈ, ਤੇਰੇ ਅੰਦਰ ਹੀ ਹੈ। ਪਰ ਕਿੱਦਾਂ ਪਤਾ ਚੱਲੂਗਾ? ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਗੁਰੂ ਦੇ ਕੋਲੇ ਆਏ ਤੇ ਗੁਰੂ ਨੇ ਤੈਨੂੰ ਜੋੜ ਦੇਣਾ ਹੈ। ਬਹੁਤ ਭਟਕੇ ਹੋਏ ਸੀਗੇ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਨੇ ਉਸ ਆਨੰਦ ਦੇ ਨਾਲ ਜੋੜਿਆ। ਅਸੀਂ ਤੇ ਆਨੰਦ ਲਈ ਅੱਜ ਵੀ ਬਾਹਰ ਦੌੜ ਲਾਈ ਹੋਈ ਹੈ ਨਾ, ਮੈਨੂੰ ਖਿਮਾ ਕਰਨਾ। ਫਿਰ ਸਾਨੂੰ ਠੱਗਿਆ ਵੀ ਦਬ ਕੇ ਜਾਂਦਾ ਹੈ ਉਹ ਆਨੰਦ ਦੇ ਚੱਕਰ ਵਿੱਚ। ਘਰ ਦੇ ਵਿੱਚ ਸ਼ਾਂਤੀ ਨਹੀਂ ਹੈ ਜੀ, ਆਹ ਪੂਜਾ ਕਰਾਉਣੀ ਪਵੇਗੀ, ਸ਼ਾਂਤੀ ਆ ਜੂਗੀ। ਬਾਣੀ ਪੜੋ, ਦਾਤਾ ਜੀ ਕੀ ਕਹਿੰਦੇ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਕਿੱਥੇ ਬਾਹਰ ਥੋੜੀ ਆਨੰਦ, ਆਨੰਦ ਤੇ ਤੇਰੇ ਅੰਦਰ ਹੈ। ਸਿਮਰਨ ਕਰੋ ਦੀ ਯਾਦ ਵਿੱਚ ਜੁੜ, ਉਹ ਆਨੰਦ ਪ੍ਰਗਟ ਹੋ ਜਾਏਗਾ। ਫੇਰ ਦੁਹਰਾਵਾਂ ਇੱਕ ਵਾਰੀ, ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਪ੍ਰਗਟ ਉਹੀ ਹੁੰਦਾ ਹੈ ਜਿਹੜਾ ਪਹਿਲਾਂ ਤੋਂ ਹੁੰਦਾ ਹੈ। ਬਸ ਪਰਦਾ ਹੈ, ਪਰਦਾ ਹਟੂਗਾ ਤੇ ਉਹ ਪ੍ਰਗਟ ਹੋ ਜਾਏਗਾ। ਉਹ ਪਰਦਾ ਹੈ ਕਾਹਦਾ? ਉਹ ਪਰਦਾ ਮੈਂ ਦਾ ਹੈ, ਉਹ ਪਰਦਾ ਹਉਮੈ ਦਾ ਹੈ। ਜਿਸ ਦਿਨ ਪਰਦਾ ਹਟੂਗਾ ਸਮਝ ਲੈਣਾ ਉਸੇ ਦਿਨ ਭਰਮ ਨਿਕਲ ਜੂਗਾ। ਫਿਰ ਤੇ ਆਖਾਂਗੇ ਨਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਦੇ ਤੋਂ ਸਿਵਾ ਹੈ ਹੀ ਹੋਰ ਕੋਈ ਨਹੀਂ। ਸਾਡੇ ਦੁੱਖ ਦਾ ਕਾਰਨ ਹੀ ਇਹ ਹੈ ਨਾ, ਆਪਾਂ ਉਹਦੇ ਤੋਂ ਟੁੱਟੇ ਹਾਂ। ਜਿਸ ਦਿਨ ਜੁੜ ਗਏ ਉਸ ਦਿਨ ਆਨੰਦ ਹੈ। ਵੇਖੋ ਦੋ ਤਰ੍ਹਾਂ ਦਾ ਪਾਣੀ ਹੈ। ਮੀਂਹ ਪੈਂਦਾ ਹੈ ਨਾ ਜੀ, ਕੁਝ ਟੋਭਿਆਂ ਵਿੱਚ, ਕੁਝ ਖੱਡਿਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ। ਥੋੜੀ ਦੇਰ ਤੇ ਉਹ ਠੀਕ ਰਹਿੰਦਾ, ਪਰ 2-4 ਦਿਨਾਂ ਬਾਅਦ ਉਹ ਗੰਦਾ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਵਿੱਚੋਂ ਬਦਬੂ ਆਉਂਦੀ ਹੈ, ਸਮੈਲ ਆਉਂਦੀ ਹੈ। ਸੁੱਕੇ ਤੇ ਉਹ ਫੇਰ ਖਤਮ ਹੋ ਜਾਂਦੀ ਹੈ। ਅਸਲ ਦੇ ਵਿੱਚ ਉਹ ਪਾਣੀ ਦਾ ਸੰਬੰਧ ਮੀਂਹ ਨਾਲ ਸੀ, ਜਾਂ ਕਿਸੇ ਨਦੀ ਦਾ ਪਾਣੀ। ਕਈ ਵਾਰੀ ਕਿਸੇ ਨਦੀ ਦੇ ਵਿੱਚ ਹੜ੍ਹ ਆਉਂਦਾ ਹੈ, ਵਾੜ ਆਉਂਦੀ ਹੈ ਨਾ ਜੀ। ਪਾਣੀ ਜਦੋਂ ਨਦੀ ਦੇ ਕਿਨਾਰੇ ਤੋੜ ਕੇ ਬਾਹਰ ਜਾਂਦਾ ਹੈ, ਬਾਹਰ ਜਦੋਂ ਜਾ ਕੇ ਉਹ ਕਿਸੇ ਨੀਵੇਂ ਥਾਂ ਤੇ ਇਕੱਠਾ ਹੋ ਜਾਂਦਾ ਹੈ, ਉਹਦੇ ਵਿੱਚੋਂ ਬਦਬੂ ਹੋ ਜਾਂਦੀ ਹੈ 2-4-10 ਦਿਨਾਂ ਬਾਅਦ। ਪਰ ਉਹੀ ਪਾਣੀ ਹੈ ਨਾ, ਉਹੀ ਨਦੀ ਦੇ ਵਿੱਚ ਚੱਲਦਾ ਪਿਆ, ਉਹਦੇ ਵਿੱਚ ਬਦਬੂ ਨਹੀਂ ਹੈ। ਉਹਦੇ ਵਿੱਚ ਬਦਬੂ ਕਿਉਂ ਹੈ? ਉਹਦਾ ਨਦੀ ਦੇ ਨਾਲ ਸੰਪਰਕ ਟੁੱਟ ਗਿਆ ਹੈ। ਜੇ ਤੇ ਉਹ ਵੀ ਨਦੀ ਦੇ ਨਾਲ ਜੁੜਿਆ ਹੁੰਦਾ, ਬਦਬੂ ਉਹਦੇ ਵਿੱਚ ਵੀ ਨਹੀਂ ਹੋਣੀ ਸੀ। ਸਾਡੇ ਜੀਵਨ ਦੇ ਵਿੱਚ ਦੁੱਖ ਦਾ ਕਾਰਨ ਕੀ ਇਹ ਹੈ? ਅਸੀਂ ਆਪਣੇ ਸੌਮੇ ਤੋਂ ਟੁੱਟ ਗਏ ਹਾਂ, ਪਰਮਾਤਮਾ ਤੋਂ। ਜਿਸ ਦਿਨ ਉਹਦੇ ਨਾਲ ਜੁੜ ਜਾਵਾਂਗੇ ਆਨੰਦ ਹੀ ਆਨੰਦ ਹੈ। 12 ਮਹੀਨੇ ਜਿਹੜੇ ਚੇਤ ਤੋਂ ਲੈ ਕੇ ਅੱਜ ਫੱਗਣ ਤੱਕ ਵਿਚਾਰੇ ਨੇ ਨਾ ਜੀ, ਅਗਲੇ ਮਹੀਨੇ ਫਿਰ ਚੇਤ ਦੀ ਆਰੰਭਤਾ ਹੈ। ਉਦਾਂ ਤੇ ਬੇਨਤੀ ਕਰੀ ਦੀ ਹੈ, ਚੇਤ ਤੋਂ ਆਰੰਭ ਕਰੋਗੇ ਫਲਗੁਣ ਤੱਕ ਆਪਣੇ ਆਪ ਪਹੁੰਚਾ ਦੋਗੇ। ਪਹਿਲਾ ਮਹੀਨਾ ਕਹੀ ਇਹ ਰਿਹਾ ਹੈ, ਪਰਮਾਤਮਾ ਨੂੰ ਚੇਤੇ ਕਰ, ਚੇਤੇ ਕਰੇ ਦਾ ਫਲ ਤੈਨੂੰ ਆਪਣੇ ਆਪ ਮਿਲ ਚੁੱਕਾ। ਉਹ ਪਾਣੀ ਦੀ ਗੰਦਗੀ ਦਾ, ਉਹਦੇ ਵਿੱਚ ਜਿਹੜੀ ਬਦਬੂ ਆਉਂਦੀ ਹੈ, ਉਹਦਾ ਕਾਰਨ ਹੀ ਇਹ, ਉਹ ਨਦੀ ਤੋਂ ਸੰਪਰਕ ਉਹਦਾ ਟੁੱਟ ਚੁੱਕਿਆ ਹੈ। ਸਤਿਗੁਰੂ ਕਹਿੰਦੇ ਤੇਰੇ ਅੰਦਰ ਹੈ, ਜਿਸ ਦਿਨ ਪ੍ਰਗਟ ਹੋ ਜਾਏਗਾ ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ। ਅਗਲਾ ਵਚਨ ਕਿਹਾ ਪਾਤਸ਼ਾਹ ਜੀ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਇਹ ਯਾਦ ਰੱਖਣਾ ਜੀ। ਨਾ ਤੇ ਅੰਮ੍ਰਿਤਮਈ ਬਾਣੀ ਨੇ ਕਿਤੇ ਇਹ ਕਿਹਾ ਹੈ ਕਿ ਅਸੀਂ ਗੁਰਮੁਖਾਂ ਦੀ ਸੰਗਤ ਨਹੀਂ ਕਰਨੀ, ਬਿਲਕੁਲ ਕਿਹਾ ਹੈ। ਸਤਿਗੁਰੂ ਨੇ ਇਹ ਵੀ ਨਹੀਂ ਕਿਹਾ ਜਿਹੜੇ ਤੈਨੂੰ ਰੱਬ ਦੇ ਘਰ ਦੀ ਗੱਲ ਸੁਣਾਉਣ, ਪਰਮਾਤਮਾ ਦੇ ਘਰ ਦੀ ਬਾਤ ਤੈਨੂੰ ਸੁਣਾਉਣ, ਤੂੰ ਉਹਨਾਂ ਦਾ ਸਤਿਕਾਰ ਨਹੀਂ ਕਰਨਾ। ਬਿਲਕੁਲ ਕਰਨਾ ਹੈ।
बाणी ने क्या है, मेरे घर प्रीतम की कोई बात सुनावे सो भाई सो मेरा वीर। इथों तक भी कह दिता, तैं साहिब की बात जे आखे, कहो नानक क्या दीजै, शीस बड़े कर बैसन दीजै, विण सिर सेव करीजे। मेरा मन करदा है मैं अपना सिर ਵੱਢ ਕੇ, ਕਹਿੰਦੇ ਉਹਦੇ ਲਈ ਬੈਠਣ ਲਈ ਜਿਵੇਂ ਸਾਡੇ ਘਰੇ ਕੋਈ ਆਉਂਦਾ ਨਾ, ਸੋਫਾ ਦਿੰਨੇ ਆ, ਕੁਰਸੀ ਦਿੰਨੇ ਆ, ਕਹਿੰਦੇ ਮੈਂ ਆਪਣਾ ਸੀਸ ਵੱਢ ਕੇ ਰੱਖ ਦਵਾਂ ਤੇ ਉਹਦੇ ਉੱਤੇ ਬਹਿ ਜਾਵੇ। ਹੁਣ ਇਹ ਸਾਰੇ ਨੁਕਤੇ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਪੁੱਛੋ, ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸੰਤ ਸਹਾਈ ਰਾਮ ਕੇ, ਉਹਨੇ ਸਹਾਇਤਾ ਕੀਤੀ ਹੈ ਤੇ ਸਹਾਇਤਾ ਕਰਨ ਵਾਲੇ ਦਾ ਧੰਨਵਾਦ ਬਹੁਤ ਜ਼ਰੂਰੀ ਹੈ। ਪਰ ਇੱਕ ਗੱਲ ਯਾਦ ਰੱਖਣਾ, ਤਾਏ ਚਾਚੇ ਮਾਮੇ ਜਿੰਨੇ ਮਰਜ਼ੀ ਹੋਣ, ਪਿਓ ਇੱਕੋ ਹੀ ਹੁੰਦਾ ਹੈ। ਜਿਹੜੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਹੈ ਨਾ, ਇਹ 3-4 ਉਦਾਹਰਨਾਂ ਦੇਣ ਦਾ ਮਤਲਬ ਹੀ ਇਹ ਹੈ। ਤਾਏ ਚਾਚੇ ਮਾਮੇ ਦੋ ਹੋ ਸਕਦੇ ਨੇ, ਚਾਚੇ ਦੋ ਹੋ ਸਕਦੇ ਨੇ ਪਿੰਡ ਦੇ ਵਿੱਚ। ਇੱਕ ਤੇ ਚਲੋ ਆਪਣਾ ਰੀਅਲ ਹੁੰਦਾ ਨਾ, ਇਹ ਰੀਅਲ ਤਾਇਆ, ਟੱਬਰ ਦੇ ਵਿੱਚ ਅੱਗੇ ਤਾਏ, ਪਿੰਡ ਦੇ ਵਿੱਚ ਬਾਬੇ ਬਹੁਤ ਹੋ ਸਕਦੇ ਨੇ, ਪਰ ਪਿਓ ਕਦੇ ਦੋ ਨਹੀਂ ਹੋ ਸਕਦੇ। ਤੇ ਖਿਮਾ ਕਰਨਾ, ਜਿਸ ਦੇ 2 ਪਿਓ ਹੋਣ ਨਾ, ਉਹਦੇ ਲਈ ਬਹੁਤ ਭੈੜੀ ਸ਼ਬਦਾਵਲੀ ਵਰਤੀ ਜਾਂਦੀ ਹੈ। ਕੱਲ ਦਾਸ ਬੇਨਤੀ ਕਰ ਰਿਹਾ ਸੀ, ਰੇ ਜੀ ਨਿਲਜ ਲਾਜ ਤੋਹੇ ਨਾਹੀ, ਕਹਿੰਦੇ ਬੇਸ਼ਰਮ ਤੈਨੂੰ ਸ਼ਰਮ ਨਹੀਂ ਆਉਂਦੀ। ਹਰ ਤਜ ਕਤ ਕਾਹੂ ਕੇ ਜਾਈ, ਰੱਬ ਨੂੰ ਛੱਡ ਕੇ ਕਿੱਥੇ ਜਾਂਦਾ ਹੈ। ਜਾ ਕਾ ਠਾਕੁਰ ਉੱਚਾ ਹੋਈ, ਜਿਸ ਦਾ ਮਾਲਕ ਇੰਨਾ ਵੱਡਾ ਪਰਮਾਤਮਾ ਹੋਵੇ, ਸੋ ਜਨ ਪਰ ਘਰ ਜਾਤ ਨਾ ਸੋਈ। ਕਹਿੰਦੇ ਉਹ ਇਨਸਾਨ ਦੂਜੇ ਥਾਂ ਤੇ ਜਾਂਦਾ ਹੋਇਆ ਚੰਗਾ ਨਹੀਂ ਲੱਗਦਾ, ਉਹ ਨਹੀਂ ਚੰਗਾ ਲੱਗਦਾ। ਸਹਾਇਤਾ ਕੀਤੀ, ਬਿਲਕੁਲ ਸਤਿਕਾਰ ਹੈ ਬਾਣੀ ਪੜਨ ਵਾਲੇ ਦਾ, ਕੀਰਤਨ ਸੁਣਾਉਣ ਵਾਲੇ ਦਾ, ਕਥਾ ਕਰਨ ਵਾਲੇ ਦਾ। ਕਲਗੀਧਰ ਪ੍ਰੀਤਮ ਜੀ ਆਪ ਕਰਦੇ ਰਹੇ, ਗੁਰਸਿੱਖਾਂ ਨੇ ਕਰਨਾ ਹੈ। ਪਰ ਫਿਰ ਬੇਨਤੀ ਕਰਾਂਗਾ, ਜਿਨੇ ਹੱਕ ਦੇ ਨਾਲ ਇੱਕ ਪੁੱਤ ਆਪਣੇ ਪਿਓ ਦੇ ਕੋਲੋਂ ਮੰਗਦਾ ਹੈ ਨਾ, ਉਹਨੇ ਹੱਕ ਦੇ ਨਾਲ ਗੁਆਂਢੀ ਦੇ ਕੋਲੋਂ ਨਹੀਂ ਮੰਗ ਸਕਦਾ। ਇਹ ਧਿਆਨ ਵਿੱਚ ਰੱਖਣਾ। ਤੁਸੀਂ ਵੇਖਿਆ ਹੋਣਾ, ਕਈ ਵਾਰੀ ਤੁਹਾਡੇ ਘਰੇ ਤੇ ਬੱਚੇ ਹੋਣੇ, ਕਈ ਵਾਰੀ ਤੇ ਬਾਪੂ ਦਾ ਕੁੜਤਾ ਹੀ ਫੜ ਲੈਂਦੇ ਨੇ, ਕਮੀਜ਼ ਹੀ ਫੜ ਲੈਂਦੇ, ਮੈਨੂੰ ਦਵਾ ਕੇ ਛੱਡ, ਮੈਂ ਨਹੀਂ ਜਾਣਾ ਕੋਲ ਕਿਤੇ। ਤੁਹਾਡੇ ਕੋਲੋਂ ਕਈ ਵਾਰੀ ਤੇ ਗਲੀ ਵੀ ਪੈ ਜਾਂਦੇ, ਇੱਥੇ ਹੱਥ ਪਾ ਲੈਂਦੇ ਨੇ ਗਲ ਦੇ ਵਿੱਚ, ਵੇਖਦੇ ਵੀ ਨਹੀਂ। ਦੱਸੋ ਕਦੇ ਬੱਚੇ ਨੂੰ ਵੇਖਿਆ ਗੁਆਂਢੀ ਨੂੰ ਇਦਾਂ ਕਰਦੇ ਹੋਏ? ਫਿਰ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ। ਵੇਖੋ ਇੱਕ ਜਾਨਵਰ ਨੂੰ ਵੀ ਇੰਨੀ ਸੋਝੀ ਹੈ, ਮੈਨੂੰ ਕਹਿਣ ਦੇਣਾ ਹੁਣ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਬਛੜਾ ਵਿਛਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਇੱਕ ਗਾਈ ਦਾ ਬੱਚਾ ਦੂਜੀ ਗਾਈ ਦੇ ਹੇਠਾਂ ਚੱਲ ਜਾਵੇ ਨਾ, ਉਹ ਗਾਈ ਉਹਨੂੰ ਦੁੱਧ ਨਹੀਂ ਪਿਆਉਂਦੀ। ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ, ਉਹਦੇ ਮੂੰਹ ਦੇ ਉੱਤੇ ਲੱਤ ਪੈਂਦੀ ਹੈ। ਤੁਹਾਨੂੰ ਬੇਨਤੀ ਕਰ ਰਿਹਾ ਸਿੱਖੋ, ਜੇ ਕਿਤੇ ਗੁਰੂ ਨੂੰ ਛੱਡ ਕੇ ਹੋਰ ਕਿੱਧਰ ਨੂੰ ਗਏ ਨਾ, ਪਿਆਰ ਕੋਈ ਨਹੀਂ ਜੇ ਮਿਲਣਾ, ਲੱਤਾਂ ਹੀ ਮਿਲਣ। ਠੀਕ ਹੈ, ਸੰਤ ਮਹਾਂਪੁਰਖ ਤੇ ਸੰਤ ਵੀ ਉਹੀ ਹੈ। ਦਾਤਾ ਜੀ ਕਹਿੰਦੇ ਜਿਹੜਾ ਰੱਬ ਦੇ ਘਰ ਦੀ ਗੱਲ ਕਰੇ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਪਰ ਕਿੱਦਾਂ ਦਾ ਹੋਵੇ? ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਰੱਬ ਮੁਕਤੀ ਦਾ ਦਾਤਾ ਤੇ ਉਹਦਾ ਪਿਆਰਾ ਜਿਹੜਾ ਉਹਦਾ ਨਾਮ ਜਪਾਵੇ। ਉਹ ਨਾ ਹੋਵੇ ਕਿ ਸਦ ਸੰਗਤ ਆਓ ਜੀ, ਬਸ ਮੈਂ ਹੀ ਖਾਂ ਜੋ ਕੁਝ ਖਾਂ। ਨਹੀਂ, ਸਤਿਗੁਰੂ ਕਿਰਪਾ ਕਰਨ। ਇਹ ਸਾਹਿਤ ਇੱਕ ਵਾਰ ਉਦਾਹਰਣ ਦੇਈਦੀ ਹੈ, ਕਈ ਵਾਰੀ ਨਾ ਇਹ ਸੌਖਾ ਹੋ ਜਾਏਗਾ ਤੁਹਾਡੇ ਲਈ ਸਮਝਣ ਲਈ। ਇੱਕ ਬੀਬੀ ਨਾ, ਉਹਦਾ ਪਤੀ ਵਿਦੇਸ਼ ਗਿਆ ਹੋਇਆ ਸੀਗਾ, ਕਿਤੇ ਪਰਦੇਸ, ਪੁਰਾਣੇ ਸਮੇਂ ਦੀ ਗੱਲ। ਅੱਜ ਕੱਲ ਤੇ ਫੋਨ ਹੈ ਨਾ, ਸੈਕਿੰਡਾਂ ਦੇ ਵਿੱਚ ਵੀਡੀਓ ਕਾਲ ਵੀ ਹੋ ਜਾਂਦੀ ਹੈ, ਬਹੁਤ ਕੁਝ ਹੈ। ਕਾਨਫਰੰਸ ਕਰਕੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਨਾਲ ਲੈ ਲੈਂਦੇ ਆ। ਉਹ ਬੀਬੀ ਦਾ ਪਤੀ ਉਸ ਵੇਲੇ ਗਿਆ ਹੋਇਆ ਸੀ, ਉਸ ਵੇਲੇ ਚਿੱਠੀਆਂ ਆਇਆ ਕਰਦੀ ਸੀ। ਉਹਦੇ ਪਤੀ ਨੇ 3-6-4 ਮਹੀਨੇ ਬਾਅਦ ਉੱਥੋਂ ਇੱਕ ਚਿੱਠੀ ਭੇਜੀ ਆਪਣੀ ਪਤਨੀ ਦੇ ਲਈ। ਪੋਸਟਮੈਨ ਡਾਕੀਆ, ਉੱਥੇ ਚਿੱਠੀ ਆਈ ਤੇ ਉਹ ਪਿੰਡ ਵਿੱਚ ਲੈ ਕੇ ਆਇਆ। ਘਰ ਪੁੱਛਿਆ, ਉਹ ਕਿਸੇ ਨੇ ਦੱਸਿਆ ਸਾਹਮਣੇ ਹੈ। ਜਾ ਕੇ ਉਹਨੇ
ਬੂਹਾ ਖੜਕਾਇਆ, ਇੱਕ ਬੀਬੀ ਬਾਹਰ ਆਈ। ਕਹਿੰਦੇ ਜੀ ਆ ਤੁਹਾਡਾ ਹੀ ਨਾਂ ਹੈ? ਕਹਿੰਦੇ ਹਾਂ। ਕਹਿੰਦੇ ਤੁਹਾਡੇ ਨਾਂ ਦੀ ਚਿੱਠੀ ਆਈ ਹੈ। ਕਹਿੰਦੇ ਜੀ ਠੀਕ ਹੈ। ਚਿੱਠੀ ਹੱਥ ਵਿੱਚ ਫੜੀ, ਪੋਸਟਮੈਨ ਜਾਣ ਲੱਗਿਆ। ਕਹਿੰਦੀ ਗੱਲ ਸੁਣੋ ਜੀ। ਕਹਿੰਦਾ ਹਾਂਜੀ ਦੱਸੋ। ਕਹਿੰਦੇ ਮੈਨੂੰ ਪੜ੍ਹਨਾ ਨਹੀਂ ਆਉਂਦਾ, ਮੈਨੂੰ ਪੜ੍ਹਨਾ ਨਹੀਂ ਆਉਂਦਾ। ਕਹਿੰਦੇ ਫੇਰ? ਕਹਿੰਦੇ ਐਂ ਕਰੋ ਤੁਸੀਂ ਮੈਨੂੰ ਪੜ੍ਹ ਕੇ ਸੁਣਾ ਦਿਓ ਇਹ ਚਿੱਠੀ। ਉਹਨੇ ਕਿਹਾ ਠੀਕ ਹੈ। ਉਹਦੇ ਲਈ ਕੁਰਸੀ ਢਾ ਦਿੱਤੀ ਉੱਚੀ ਜੀ, ਆਪ ਇਹ ਥੱਲੇ ਪੀੜੇ ਤੇ ਬਹਿ ਗਈ। ਉਹ ਹੁਣ ਚਿੱਠੀ ਖੋਲੀ, ਉਹਨੇ ਹੁਣ ਸੁਣਾਉਂਦਾ ਹੈ। ਉਹਦੇ ਵਿੱਚ ਲਿਖਿਆ ਹੋਇਆ ਮੇਰੀ ਪਿਆਰੀ ਪਤਨੀ। ਸੁਣਨਾ ਹੁਣ ਧਿਆਨ ਨਾਲ, ਮੇਰੀ ਪਿਆਰੀ ਪਤਨੀ। ਉਹ ਤੇ ਬਿਲਕੁਲ ਉਹੀ ਪੜ੍ਹੇਗਾ ਨਾ ਜੋ ਕੁਝ ਵਿੱਚ ਲਿਖਿਆ ਹੋਇਆ। ਮੇਰੀ ਪਿਆਰੀ ਪਤਨੀ, ਮੈਂ ਇੱਥੇ ਬਿਲਕੁਲ ਠੀਕ ਹਾਂ। ਮੈਨੂੰ ਤੁਹਾਡੀ ਤੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਹੈ। ਥੋੜੇ ਦਿਨਾਂ ਨੂੰ ਮੈਂ ਮਨੀ ਆਰਡਰ ਦੇ ਨਾਲ ਕੁਝ ਪੈਸੇ ਭੇਜਾਂਗਾ। ਛੇਤੀ ਹੀ ਮੈਂ ਤੁਹਾਡੇ ਕੋਲੇ ਆਵਾਂਗਾ। ਮੈਨੂੰ ਤੁਹਾਡੀ ਸਾਰਿਆਂ ਦੀ ਬਹੁਤ ਯਾਦ ਆਉਂਦੀ ਹੈ। ਕੀ ਕਰੀਏ, ਮਜਬੂਰੀ ਹੈ, ਪ੍ਰਦੇਸਾਂ ਵਿੱਚ ਆਉਣਾ ਪੈਂਦਾ ਹੈ। ਮੇਰੀ ਪਿਆਰੀ ਪਤਨੀ, ਮੈਂ ਤੁਹਾਨੂੰ ਤੇ ਬੱਚਿਆਂ ਨੂੰ ਬਹੁਤ ਯਾਦ ਕਰਦਾ। ਹੁਣ ਪੋਸਟਮੈਨ ਪੜ੍ਹ ਰਿਹਾ ਮੇਰੀ ਪਿਆਰੀ ਪਤਨੀ, ਤੇ ਥੱਲੇ ਭੈਣ ਬੈਠੀ ਸੁਣ ਰਹੀ ਹੈ। ਹੁਣ ਜੇ ਉਹ ਪੋਸਟਮੈਨ ਦੇ ਕਹੇ ਦੇ ਨਾਲ ਇਹ ਸਮਝ ਲਵੇ ਕਿ ਇਹ ਮੇਰਾ ਪਤੀ ਹੈ, ਕਿਉਂ ਬੋਲ ਰਿਹਾ ਨਾ ਮੇਰੀ ਪਿਆਰੀ ਪਤਨੀ, ਤੇ ਜੇ ਉਹ ਇਹ ਕਹਿਣ ਲੱਗ ਜਾਵੇ ਮੇਰਾ ਪਤੀ, ਤੇ ਹੁਣ ਇਹ ਹੀ ਹੋ ਗਿਆ। ਤੇ ਪੜਨ ਵਾਲਾ ਵੀ ਇਹ ਆਖੇ ਮੈਂ ਤੇ ਪੜ ਰਿਹਾ ਮੇਰੀ ਪਿਆਰੀ ਪਤਨੀ, ਹੁਣ ਤੂੰ ਮੇਰੀ ਹੋ ਗਈ। ਦੋਹੇ ਭੁਲੇਖੇ ਦੇ ਵਿੱਚ ਨੇ। ਦੋਹਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਜਿਹਦੀ ਮੈਂ ਚਿੱਠੀ ਪੜ ਰਿਹਾ ਉਹ ਇਹਦਾ ਪਤੀ ਹੈ, ਤੇ ਜਿਹੜੀ ਸੁਣਦੀ ਪਈ ਹੈ ਉਹਨੂੰ ਇਹ ਸਮਝ ਲੈਣਾ ਚਾਹੀਦਾ ਇਹ ਤੇ ਸਿਰਫ ਇੱਕ ਜਰੀਆ ਹੈ, ਅਸਲ ਦੇ ਵਿੱਚ ਚਿੱਠੀ ਤੇ ਮੇਰੇ ਪਤੀ ਦੀ ਹੈ। ਅੱਜ ਬਹੁਤ ਬੈਠੇ ਨੇ ਮੇਰੇ ਵਰਗੇ ਗੁਰੂ ਦੀ ਗੱਲ ਸੁਣਾਉਣ ਵਾਲੇ। ਯਤਨ ਕਰਨਾ ਰੱਬ ਦਾ ਵਾਸਤਾ, ਠੀਕ ਹੈ। ਉਹਨੇ ਸੁਣਾਉਣ ਤੋਂ ਬਾਅਦ ਡਾਕੀਏ ਦਾ ਧੰਨਵਾਦ ਕਰਨਾ, ਉਹਨੂੰ ਚਾਹ ਪਾਣੀ ਵੀ ਪੁੱਛਣਾ ਹੈ, ਉਹਨੂੰ ਲੰਗਰ ਪਾਣੀ ਵੀ ਪੁੱਛਣਾ ਹੈ। ਪਰ ਉਹ ਪੁੱਛ ਕੇ ਇੱਕ ਗੱਲ ਯਾਦ ਰੱਖੇ, ਕਹਿੰਦੇ ਇਹ ਸਭ ਕੁਝ ਜਿਹੜਾ ਹੈ ਨਾ ਲਿਖਿਆ ਹੋਇਆ ਹੈ ਤੇ ਮੇਰੇ ਪਤੀ ਦਾ ਹੈ। ਇਹ ਤੇ ਸਿਰਫ ਸੁਣਾਉਣ ਵਾਲਾ ਹੈ, ਉਹਦਾ ਸਤਿਕਾਰ ਸੁਣਨ ਵਾਲਾ ਵੀ ਸਮਝੇ ਤੇ ਸੁਣਾਉਣ ਵਾਲਾ ਵੀ ਸਮਝੇ। ਸਾਡੀ ਪਰੇਸ਼ਾਨੀ ਇਹੀ ਹੈ, ਸੁਣਾਉਣ ਵਾਲੇ ਤੇ ਪਹਿਲਾਂ ਹੀ ਤਿਆਰ ਨੇ, ਇਹ ਛੱਡ ਛਡਾ ਕੇ ਸਾਡੇ ਹੀ ਮਗਰ ਲੱਗਣ, ਸੁਣਨ ਵਾਲੇ ਫੇਰ ਭਟਕੇ ਨੇ। ਜਰੀਆ ਹੈ ਉਹ ਤੇ ਸੁਣਾਉਣ ਦਾ, ਸਤਿਕਾਰ ਹੈ ਉਹਦਾ। ਚਾਹ ਪਾਣੀ ਪੁੱਛੋ, ਉਹਨੂੰ ਉੱਚੇ ਥਾਂ ਤੇ ਬਿਠਾਓ, ਉਹ ਬੈਠੀ ਹੈ ਆਪ ਹੇਠਾਂ, ਇਹਦੇ ਵੱਡੀ ਕੋਈ ਗੱਲ ਨਹੀਂ ਹੈ, ਇਹਦੇ ਵਿੱਚ ਕੋਈ ਵੱਡਾ ਕੰਮ ਨਹੀਂ ਹੈ। ਪਰ ਕਿਤੇ ਇਹ ਨਾ ਸਮਝ ਲਵੇ ਸੁਣਾਉਣ ਵਾਲਾ ਹੀ ਮੇਰਾ ਪਤੀ ਬਣ ਗਿਆ। ਸੁਣਨ ਵਾਲੀ ਸਮਝੇ ਮੇਰਾ ਪਤੀ ਬਣ ਗਿਆ ਤੇ ਸੁਣਾਉਣ ਵਾਲਾ ਸਮਝੇ ਮੇਰੀ ਪਤਨੀ। ਉਹ ਤੇ ਬੋਲ ਕਿਸੇ ਹੋਰ ਦੇ ਨੇ, ਇਹ ਰੱਬੀ ਬੋਲ ਨੇ, ਰੱਬ ਦੀ ਬਾਣੀ ਹੈ। ਸਾਡਾ ਸਾਰਿਆਂ ਦਾ ਖਸਮ ਉਹ ਹੈ, ਸੁਣਾਉਣ ਵਾਲੇ ਦਾ ਸਤਿਕਾਰ ਬਿਲਕੁਲ ਠੀਕ ਹੈ। ਸਤਿਗੁਰੂ ਉਹੀ ਕਹਿ ਰਹੇ ਨੇ, ਸੰਤ ਸਹਾਈ ਰਾਮ ਕੇ। ਰੱਬ ਦੇ ਪਿਆਰੇ ਜਿਹੜੇ ਨਾ ਉਹ ਤੇਰੀ ਸਹਾਇਤਾ ਕਰਨਗੇ ਰੱਬੀ ਮਿਲਾਪ ਦੇ ਵਿੱਚ। ਕਰ ਕਿਰਪਾ ਦੀਆ ਮਿਲਾਏ, ਉਹ ਤੇਰੇ ਉੱਤੇ ਇਹ ਕਿਰਪਾ ਕਰ ਦੇਣਗੇ ਕਿ ਭਾਈ ਤੂੰ ਰੱਬ ਦੀ ਭਗਤੀ ਕਰ, ਪਰਮਾਤਮਾ ਦੀ ਯਾਦ ਵਿੱਚ ਜੁੜ। ਤੇ ਬਿਲਕੁਲ ਠੀਕ ਵੀ ਹੈ, ਬਿਲਕੁਲ ਠੀਕ ਵੀ ਹੈ। ਜਿਹੜਾ ਰੱਬ ਵੱਲ ਨੂੰ ਜੋੜਦਾ ਉਹਦਾ ਸਤਿਕਾਰ ਹੈ। ਅਗਲਾ ਬਚਨ ਦਾਤਾ ਜੀ ਕਹਿੰਦੇ ਨੇ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਸੇਜ ਸੁਹਾਵੀ ਸਰਬ ਸੁਖ, ਜਿਹੜੇ ਪਰਮਾਤਮਾ ਦੀ ਬਖਸ਼ਿਸ਼ ਵਾਲੀ ਸੇਜ ਹੈ ਨਾ, ਭਾਵ ਕਿ ਜੇ ਕੋਈ ਪਰਮਾਤਮਾ ਦੇ ਹਿਰਦੇ ਵਿੱਚ ਵਸ ਜਾਵੇ ਜਾਂ ਪਰਮਾਤਮਾ ਕਿਸੇ ਦੇ ਹਿਰਦੇ ਵਿੱਚ ਵਸ ਜਾਵੇ, ਸਰਬ ਸੁਖ ਸਮਝ ਲੈਣਾ ਉਹਦੇ ਕੋਲ ਦੁਨੀਆ ਦੇ ਸਾਰੇ ਸੁਖ ਨੇ। ਆ ਛੋਟਾ ਜਿਹਾ ਨੁਕਤਾ ਇਹ ਵੀ ਸਮਝ ਲੈਣਾ, ਇੱਕ ਪਤਨੀ ਉਹਦਾ ਪਤੀ ਵਿਦੇਸ਼ ਵਿੱਚ ਹੋਵੇ, ਘਰ ਦੇ ਵਿੱਚ ਭਾਵੇਂ ਉਹਦੇ ਕੋਲ ਸਾਰੇ ਸੁਖ ਹੋਣ, ਉਹਨੂੰ ਪੁੱਛ ਕੇ ਵੇਖਣਾ ਜੇ ਉਹ ਉਹਨਾਂ ਪਦਾਰਥਾਂ ਤੋਂ ਸਿਵਾ ਆਪਣੇ ਪਤੀ ਨੂੰ ਪਿਆਰ ਕਰਦੀ ਹੋਵੇ, ਉਹਨੂੰ ਕਹਿਣਾ ਮੇਰੇ ਲਈ ਕੀ ਹੈ, ਸਭ ਕੁਝ ਬੇਕਾਰ ਨੇ। ਜਿਸ ਦਿਨ ਮੇਰਾ ਪਤੀ ਆ ਜਾਏਗਾ ਮੇਰੇ ਲਈ ਤੇ ਉਹੀ ਸਭ ਤੋਂ ਵੱਡਾ ਸੁੱਖ ਹੈ। ਅੱਜ ਜਿੰਨਾ ਕੁਝ ਸਾਡੇ ਕੋਲੇ ਹੈ ਨਾ, ਖਿਮਾ ਕਰਨਾ, ਦਾਤਾ ਜੀ ਨੇ ਕਿਹਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਇਹ ਸਿਰੇ ਦੇ ਦੁੱਖ ਨੇ ਸਾਰੇ। ਕਾਰਨ ਕੀ ਹੈ? ਇਹ ਘਟਦੇ ਅਤੇ ਵੱਧਦੇ ਰਹਿੰਦੇ ਨੇ। ਪਰ ਪਰਮਾਤਮਾ ਦਾ ਨਾਮ ਜਿਹਦੇ ਕੋਲੇ ਹੈ ਨਾ, ਉਹ ਤੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਟਿੰਡ ਦਾ ਸਰਾਣਾ ਲੈ ਕੇ ਇਹੀ ਕਹਿੰਦਾ ਹੈ, ਤੁਧ ਬਿਨ ਰੋਗ ਰਜਾਈਆਂ ਦਾ ਓਢਣ।
ਦਾਤਿਆ ਤੇਰੀ ਯਾਦ ਤੋਂ ਬਿਨਾ ਮੇਰੇ ਲਈ ਤੇ ਸੋਹਣੀਆਂ ਰਜਾਈਆਂ ਰੋਗ ਨੇ, ਬਿੰਗ ਕਸਾਈਆਂ ਦਾ ਸਹਿਣਾ ਹੈ ਤੇਰੀ ਯਾਦ ਤੋਂ ਬਿਨਾ। ਜੇ ਤੇਰੀ ਯਾਦ ਹੈ ਫਿਰ ਤੇ ਆ ਜਿਹੜਾ ਮਾੜਾ ਥਾਂ ਵੀ ਹੈ ਨਾ, ਕੰਡਿਆਂ ਵਾਲਾ ਥਾਂ, ਇਹ ਤੇ ਮੇਰੇ ਲਈ ਸੋਹਣੀ ਸੇਜ ਹੈਗਾ। ਇਸ ਲਈ ਸਮਝੀਏ, ਜੇ ਰੱਬ ਤੋਂ ਦੂਰ ਹਾਂ, ਦਾਤਾ ਜੀ ਕਹਿੰਦੇ ਸਾਰੇ ਦੁੱਖ ਨੇ। ਜੇ ਰੱਬ ਪਰਮਾਤਮਾ ਦੀ ਯਾਦ ਹੈ ਫਿਰ ਸਾਰੇ ਦੇ ਸਾਰੇ ਸੁੱਖ ਨੇ। ਤਤੀ ਤਵੀ ਤੇ ਬਹਿ ਕੇ ਖੋਪਰ ਲੁਹਾ ਕੇ ਵੀ ਸੁੱਖ ਹੈਗਾ। ਅਗਲਾ ਬਚਨ ਸਤਿਗੁਰੂ ਕਹਿੰਦੇ ਨੇ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਹੁਣ ਤੇ ਕਹਿੰਦੇ ਦੁੱਖ ਵਾਲਾ ਕੰਮ ਹੀ ਮੁੱਕ ਗਿਆ। ਸਪਸ਼ਟ ਹੈ, ਜਿੱਥੇ ਪਰਮਾਤਮਾ ਦੀ ਯਾਦ ਹੈ, ਜਿੱਥੇ ਕਰਤੇ ਦਾ ਸਿਮਰਨ ਹੈ, ਉੱਥੇ ਤੇ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਜਿੱਥੇ ਕਰਤੇ ਦੀ ਯਾਦ ਹੈ ਉੱਥੇ ਦੁੱਖ ਦਾ ਤੇ ਕੋਈ ਹੈ ਹੀ ਨਹੀਂ। ਸਪਸ਼ਟ ਹੈ ਨਾ। ਵੇਖੋ ਹਨੇਰਾ ਪਿਆ ਹੋਇਆ ਸੀ, ਸੂਰਜ ਆਇਆ, ਸੂਰਜ ਆਇਆ ਨਾ, ਚਾਨਣਾ ਹੋਇਆ, ਹਨੇਰਾ ਆਪਣੇ ਆਪ ਦੌੜ ਗਿਆ। ਬਸ ਏਦਾਂ ਹੀ ਹੈ, ਜਿੱਥੇ ਮਾਲਕ ਪਰਮਾਤਮਾ ਦੀ ਯਾਦ ਹੈ ਉੱਥੇ ਸਤ ਸੰਗਤ ਖੇਡੀ ਖੇਡ ਹੈ। ਪਰ ਸਮਝਣਾ ਇਹ ਪੈਣਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਆ ਜਿਹੜਾ ਸੁਣ ਕੇ ਮੰਨਣਾ, ਜਿਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਹੈ ਨਾ ਜਪਜੀ ਸਾਹਿਬ ਜੀ ਦੇ ਵਿੱਚ, ਜਦੋਂ ਤੁਸੀਂ ਪੜ੍ਹਦੇ ਹੋ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਕਿਵੇਂ? ਜਦੋਂ ਤੂੰ ਗੁਰੂ ਦਾ ਵਚਨ ਕਮਾਵੇਗਾ। ਅਗਲਾ ਵਚਨ ਕਹਿੰਦੇ ਨੇ, ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਮੇਰੀ ਇੱਛਾ ਪੂਰੀ ਹੋਈ ਹੈ, ਮੈਂ ਹੁਣ ਵੱਡੇ ਭਾਗਾਂ ਵਾਲੀ ਹੋਈ ਹਾਂ। ਕਿਉਂ? ਵਰ ਪਾਇਆ ਹਰ ਰਾਏ, ਮੈਨੂੰ ਪਰਮਾਤਮਾ ਰੂਪੀ ਪਤੀ ਮਿਲਿਆ ਹੈ। ਹੁਣ ਇਹ ਵੀ ਨੁਕਤਾ ਸਮਝ ਲੈਣਾ, ਸੰਸਾਰੀ ਪਤੀ ਪਤਨੀ ਆਪਸ ਵਿੱਚ ਇੱਕ ਸਾਡੀ ਰੀਤ ਨਾਲ ਮਿਲਾਪ ਹੁੰਦਾ ਨਾ, ਵਿਆਹ ਕਾਰਜ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਵੀ ਤੇ ਗੱਲ ਪੱਕੀ ਹੈ। ਜਾਂ ਤੇ ਇੱਕ ਦਿਨ ਪਤੀ ਜਾਊਗਾ ਜਾਂ ਪਤਨੀ ਜਾਊਗੀ। ਜਦੋਂ ਪੱਲੇ ਦੀ ਵੀ ਰਸਮ ਹੁੰਦੀ ਹੈ ਨਾ, ਭਾਈ ਸਾਹਿਬ ਪੜ੍ਹਦੇ ਨੇ, ਚਲੋ ਆਪਾਂ ਫੀਲ ਇਹ ਕਰਨੇ ਕਿ ਇਹਦੇ ਪੱਲੇ, ਪਰ ਅਸਲ ਦੇ ਵਿੱਚ ਸਪਸ਼ਟ ਜਿਹੜਾ ਸਿਧਾਂਤ ਹੈ ਉਹ ਇਹ ਹੈ, ਹੱਬੇ ਸਾਕ ਕੁੜਾਵੇ ਡਿੱਠੇ ਤਾਉ ਪੱਲੇ ਤੰਡੇ ਲਾਗੇ। ਅੱਜ ਦੇ ਨਾਲ ਜੁੜ ਵੀ ਰਿਹਾ ਨਾ ਭੈਣੇ, ਵਿਆਹ ਹੋ ਵੀ ਰਿਹਾ, ਉਹਨੇ ਵੀ ਇੱਕ ਦਿਨ ਚਲੇ ਜਾਣਾ ਹੈ, ਪਰ ਉਹਦੇ ਨਾਲ ਜੁੜ ਲੈ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਹੜਾ ਕਦੇ ਜਾਵੇਗਾ ਹੀ ਨਹੀਂ। ਅਕਾਲ ਮੂਰਤ ਵਰ ਪਾਇਆ ਵੱਡ ਭਾਗੀ, ਨਾ ਕਦੇ ਮਰੇ ਨਾ ਜਾਇਆ। ਨਾ ਤੇ ਉਹ ਮਰਦਾ ਨਾ ਉਹ ਜੰਮਦਾ ਹੈ। ਉਹਦੇ ਨਾਲ ਕਹਿੰਦੇ ਸਾਂਝ ਬਣਾ ਲੈ। ਵਰ ਪਾਇਆ ਹਰ ਰਾਏ। ਅੱਗੇ ਕਹਿੰਦੇ ਫਿਰ ਮਿਲ ਸਈਆ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਸਾਨੂੰ ਚਾਹੀਦਾ ਹੈ ਗੁਰਮੁਖ ਜਿਹੜੇ ਸਤਸੰਗੀ ਨੇ ਨਾ, ਉਹਨਾਂ ਦੇ ਨਾਲ ਰਲ ਕੇ ਪਰਮਾਤਮਾ ਦੇ ਗੁਣ ਗਾਏ ਜਾਣ, ਸੰਗਤ ਕੀਤੀ ਜਾਵੇ। ਬਾਣੀ ਵੀ ਕਹਿੰਦੀ ਹੈ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਮੇਰੇ ਪਿਆਰੇ ਕਹਿੰਦੇ ਉਹ ਇਕੱਠ ਕਰਿਆ ਕਰ ਜਿਸ ਇਕੱਠ ਦੇ ਵਿੱਚ ਤੇਰੀ ਰਸਨਾ ਪਰਮਾਤਮਾ ਦਾ ਨਾਮ ਜਪੇ। ਉਹ ਇਕੱਠ ਨਾ ਕਰਿਆ ਕਰ ਜਦੋਂ ਇਕੱਠ ਵਾਲੇ ਕਹਿਣ ਹੁਣ ਇਹ ਵਾਲਾ ਗਾਣਾ ਲਾ ਦੇ, ਡੀਜੇ ਵਾਲੇ ਹੁਣ ਆਹ ਵਾਲਾ ਲਾ ਦੇ। ਉਹਨੇ ਤੇ ਭਟਕਣਾ ਵਿੱਚ ਪਾਉਣਾ ਹੈ ਨਾ। ਇਕੱਠ ਉਹ ਕਰਿਆ ਕਰ ਸੰਗਤ ਦੇ ਵਿੱਚੋਂ। ਭਾਈ ਸਾਹਿਬ ਕੀਰਤਨ ਕਰਦੇ ਹੋਣ, ਕਥਾ ਚਲਦੀ ਹੋ, ਭਾਈ ਸਾਹਿਬ ਅੱਜ ਆਹ ਵਾਲੀ ਸਾਖੀ ਸੁਣਾਓ ਕੀਰਤਨ, ਆ ਭਾਈ ਸਾਹਿਬ ਆਹ ਵਾਲਾ ਸ਼ਬਦ ਕਹਿ ਦੋ ਜੀ, ਅੱਜ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇਜ ਸੁਖਾਵੀ ਸਰਬ ਸੁਖ, ਮਿਲ ਸਈਆ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਤੇਰੀ ਰਸਨਾ ਪਰਮਾਤਮਾ ਦੇ ਗੀਤ ਗਾਵੇ। ਹਰ ਜੇਖਾ ਅਵਰ ਨਾ ਦਿਸਈ, ਰੱਬ ਵਰਗਾ ਕਹਿੰਦੇ ਮੈਨੂੰ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ, ਕੋਈ ਦੂਜਾ ਲਵੇ ਨਾ ਲਾਏ। ਸੱਚ ਹੈ, ਰੱਬ ਵਰਗਾ ਹੋ ਸਕਦਾ ਕੋਈ? ਮੈਨੂੰ ਕਹਿਣ ਦੇਣਾ, ਅੱਜ ਦੁਨੀਆ ਤੁਹਾਡੇ ਗੁਣ ਵੇਖਦੀ ਹੈ, ਤੁਹਾਨੂੰ ਪਿਆਰ ਕਰਦੀ ਹੈ। ਜਿਸ ਦਿਨ ਤੁਹਾਡਾ ਔਗੁਣ ਵੇਖਣਗੇ ਇਹਦੇ ਤੇ ਕੋਲੇ ਵੀ ਨਹੀਂ ਬਹਿਣਾ। ਤੇ ਉਹ ਦਾਤਾ ਇਹੋ ਜਿਹਾ ਹੈ, ਵਿਚਾਰ ਲੈਣਾ ਆਪਣੇ ਆਪਣੇ ਤੌਰ ਤੇ। ਮੈਂ ਵੀ ਆਪ ਵਿਚਾਰਦਾ, ਤੁਸੀਂ ਵੀ ਵਿਚਾਰਨਾ। ਸ਼ਾਇਦ ਜ਼ਿੰਦਗੀ ਵਿੱਚ ਕਈ ਕਰਮ ਇਹੋ ਜਿਹੇ ਵੀ ਕੀਤੇ ਹੋਣੇ ਨੇ ਕਿ ਅਸੀਂ ਤੇ ਇਸ ਦਰਵਾਜ਼ੇ ਦੇ ਅੰਦਰ ਐਂਟਰ ਕਰਨ ਲਾਇਕ ਵੀ ਨਹੀਂ ਹੈਗੇ। ਉਹ ਫੇਰ ਵੀ ਬਿਠਾ ਲੈਂਦਾ ਹੈ, ਉਹ ਫੇਰ ਵੀ ਬਿਠਾ ਲੈਂਦਾ ਹੈ ਨਾ।
कि ਉਹਦਾ ਸੁਭਾਅ ਜਿਹੜਾ ਹੈ ਨਾ ਉਹ ਬਖਸ਼ਣਹਾਰ ਵਾਲਾ ਸੁਭਾਅ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ निर्मल कोई ओदी कृपा एको जी है। दीन दयाल दयानिध, दुख न देखत है पर देत ना खारे। साडे माड़े कर्मां नूं वेख रहे फिर भी सानू दे रहा है, फिर भी दे रहा है। दाता जी कहंदे ने हर जेखा अवर न दिसई, कोई दूजा लवे ना लाए। ओदे वर्गा कोई दूजा ही नहीं जिहड़ा मैनू अपने नाल जोड़ लवे, जिहड़ा मैनू अपनी गोद विच बिठावे। हलत पलत सवारिओ, ओदी भगती ओदी याद इहो जी है, लोक ते परलोक दोवें सवार दिंदी है। निहचल दित्तियन जाए, ओ जीवन दी बख्शिश इहो जी मिलदी है ना जदों कोई नाम जपदा है। निहचल दित्तियन जाए, मुड़ के कहंदे जन्म मरण दा गेड़ ही नहीं पैंदा, समा जांदा है भगती करन वाला रब्बी परमात्मा दी याद विच। संसार सागर ते रखी अन, बहुड़ न जन्मै ताए। संसार तो भाव विकारां तो भरमां तो बचा लैंदा है, फिर बहुड़ न जन्मै ताए। मुड़ के जन्म मरण दे गेड़ विच नहीं पैना पऊगा। जिहवा एक अनेक गुण, हे रब जी मेरे कोल जीव एक है, तुहाडे गुण बेअंत ने। जिहवा एक अनेक गुण तरे, नानक चरनी पाए। कहते जे तरना है तो फिर मालक परमात्मा की शरण विच आ जाए। फल गुण नित सलाह की है, सारा सिट्टा कढ़ दिता चेत तो लैके हुण तक दा। ये ना कि जी चेत विच सावण विच ही जपना, जिस दिन सावण दी संगरांद उस दिन गुरुद्वारे जावांगे, जिस दिन चेत दी है, नहीं। दाता जी कहते फल गुण नित साला ही है। नित दे अर्थ उसकी भगती रोज करनी है। फलगुण नित साला ही है। होर एक ओदी वड्डी बख्शिश है कि जी जिसनों तिल ना तमाए। परमात्मा नूं तिल मात्र भी किसी गल दी तमा नहीं। तमा कहंदे जी वासना नूं। असीं ते किसी दा भला करिए बट बहुता नहीं ते थैंक यू ते भालदे है ना, ये धन्नवाद कवे। सतगुरु कहंदे ओ दाता इहो जिहा है, वो तो यह भी नहीं कहता मैनू धन्नवाद कह। जे करेगा धन्नवाद ते तेरा भला तेरे अंदरों होमे जाएगी। जे कोई आखे ना ओनू कोई फर्क पैंदा है, नहीं बिल्कुल। जे सब मिल के आखण पाए, वड्डा ना होवे घाट ना जाए। ना वड्डा होवेगा ना साडे भगती करन नाल आपां कहिए जे ओनू कोई फर्क, वो घटदा भी नहीं है। ओनू तिल मात्र तमा नहीं, ओनू कुछ नहीं चाहिदा है। आपां जे ओदी भगती विच याद विच जुड़ांगे भला भी साडा है, नहीं जुड़ांगे ते घाटा भी साडा है। संपूर्णता दा जिहड़ा मंगल है वह कुछ मिनटां विच ही ओदी विचार कर लईए। सतगुरु आखदे जिन जिन नाम ध्याया तिन के काज सरे। सिट्टा कढ़िया सारे साल दा। कहंदे जेड़े जेड़े नाम जपणगे, परमात्मा दी भगती करनगे, तिन के काज सरे। उन्हां दा आया इस दुनिया विच सफला है, उन्हां दा आया सफला है। समझ लेना जी। फिर जिन जिन नाम ध्याया तिन के काज सरे। हर गुर पूरा आराध्या। जेड़े पूरे गुरु दे चरणां नाल जुड़े, दरगाह सच खरे। वो सच्चे दी दरगाह दे विच खरे हो गए। खरा उन्नू कहंदे जी जिहदे विच खोट नहीं होंदी। खिमा करना ये सच कहण लगा तुहाडे सन्मुख। सारी जिंदगी माड़े कर्म करदा है कोई बंदा, कीर्तनिया बुला के जे कीर्तनिया भी पढ़ दूगा ना, गुरमुख जन्म सवार दरगाह चलिया नहीं पहुंचूगा। मेरे वर्गा आनंद साहब तो बाद अरदास विच कह भी दऊगा ना, गुरु साहब इनू अपने चरनां विच निवास बख्शना, मेरे कहण नाल भी नहीं। क्यों बाणी कहती है खरे खजाने पाईए, खोटे सटीए बाहर वार। खरिया ने खजानिया विच पैना, खोटे नूं ते तुसी भी नकली नोट रख दो अपनी जेब विच, नहीं जी बाहर, ये नकली है। फिर नकली उत्थे किद्दां प्रवान हो जाणगे। लफाफा फड़ के मेरे वर्गा कह दवेगा खिमा करना। स्वर्गवासी भी कही जाने आपां, नहीं दाता जी ते कहंदे आपन हत्थी अपना आपे ही काज सवारीए, मतां किसे भुलेखे विच रही। अगला बचन दाता जी ने कहा सर्ब सुखां निध चरण हर। सारे सुख परमात्मा दी याद विच ने। खजाना है ओदी याद सुखां दा। भोजल बिखम
ਤਰੇ ਆ ਸੰਸਾਰ ਜਿਹੜਾ ਹੈ ਜਿਹਦੇ ਵਿੱਚ ਭਟਕਣਾਵਾਂ ਬਹੁਤ ਨੇ, ਵਿਕਾਰ ਬਹੁਤ ਨੇ, ਜੇ ਇਹਦੇ ਤੋਂ ਤਰਨਾ ਹੈ ਫਿਰ ਤੈਨੂੰ ਪਰਮਾਤਮਾ ਦੇ ਸਿਮਰਨ ਨਾਲ ਜੁੜਨਾ ਪੈਣਾ। ਪ੍ਰੇਮ ਭਗਤ ਤਿੰਨ ਪਾਈਆਂ, ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਪ੍ਰਾਪਤ ਕਰਨ ਲਈ ਵਿਖਿਆ ਨਾ ਹੈ ਜਰੇ, ਉਹ ਫਿਰ ਵਿਖਿਆ ਮਾਇਆ ਦੀ ਅੱਗ ਵਿੱਚ ਨਹੀਂ ਸੜੇ, ਉਹ ਮਾਇਆ ਦੀ ਅੱਗ ਚੋਂ ਬਚ ਗਏ। ਵੇਖੋ ਸਦ ਸੰਗਤ ਬਾਹਰੋਂ ਸੜਦਾ ਹੋਵੇ ਬੰਦਾ, ਪਾਣੀ ਪਾ ਕੇ ਬਚਾ ਲਓਗੇ, ਜਿਹੜਾ ਅੰਦਰੋਂ ਸੜਦਾ ਪਿਆ ਉਹਦਾ ਕੀ ਕਰਾਂਗੇ। ਬਾਬੇ ਨਾਨਕ ਨੇ ਹੀ ਦੇਖਿਆ ਸੀ ਨਾ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਹਰੋਂ ਥੋੜੀ ਅੱਗ, ਬਾਹਰੋਂ ਤੇ ਪਾਣੀ ਦੀ ਬਾਲਟੀ ਨਾਲ ਬੁੱਝ ਜੂਗੀ, ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਕੋਈ ਹੈ, ਕਿੰਨਾ ਕੁਝ ਇਕੱਠਾ ਕਰ ਲਿਆ ਫੇਰ ਵੀ ਅੰਦਰ ਸ਼ਾਂਤੀ ਹੈ ਹੀ ਨਹੀਂ, ਟਿਕੀ ਨਹੀਂ ਰਿਹਾ ਅੰਦਰ। ਦਾਤਾ ਜੀ ਕਹਿੰਦੇ ਜੇ ਇਹਦੇ ਤੋਂ ਬਚਣਾ ਹੈ ਫਿਰ ਪ੍ਰੇਮਾ ਭਗਤੀ ਹੈ। ਕੂੜ ਗਏ, ਤੇਰੇ ਜੀਵਨ ਦੇ ਵਿੱਚੋਂ ਝੂਠ ਦਾ ਨਾਸ ਹੋ ਜਾਏਗਾ। ਆ ਸਭ ਕੁਝ ਦ੍ਰਿਸ਼ਟਮਾਨ ਸਭ ਬਿਨਸੀ ਹੈ, ਜੋ ਕੁਝ ਦਿਸ ਰਿਹਾ ਹੈ ਝੂਠ ਹੈ। ਦੁਬਦਾ ਨਸੀ ਦੁਚਿੱਤੀ ਖਤਮ ਹੋ ਜਾਏਗੀ। ਆ ਘਰ ਪਰਿਵਾਰ ਮਾਇਆ ਕਮਾਵਾਂ ਕਿ ਭਗਤੀ ਕਰਾਂ। ਸਤਿਗੁਰੂ ਕਹਿੰਦੇ ਤੁਰੀ ਭਗਤੀ ਵੱਲ, ਮਾਇਆ ਤੇ ਤੇਰੇ ਮਗਰ ਮਗਰ ਆਪ ਆਵੇਗੀ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਤੇਰਾ ਅੰਦਰ ਸੱਚੇ ਪਰਮਾਤਮਾ ਦੀ ਯਾਦ ਨਾਲ ਭਰ ਜਾਏਗਾ। ਪਾਰ ਬ੍ਰਹਮ ਪ੍ਰਭ ਸੇਵਦੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਮਨ ਅੰਦਰ ਇੱਕ ਧਰੇ, ਇੱਕ ਦੀ ਟੇਕ ਲੈ ਕੇ, ਇੱਕ ਦਾ ਓਟ ਆਸਰਾ ਤੱਕ ਕੇ ਜਿਹੜੇ ਇੱਕ ਦੀ ਭਗਤੀ ਵਿੱਚ ਜੁੜਦੇ ਨੇ, ਅੱਗੇ ਦਾਤਾ ਜੀ ਕਹਿੰਦੇ ਮਹਾ ਦਿਵਸ ਮੂਰਤ ਭਲੇ ਉਹਨਾਂ ਦੇ ਲਈ ਹਰ ਇੱਕ ਦਿਨ, ਹਰ ਇੱਕ ਮਹੀਨਾ ਮੂਰਤ, ਸਵੇਰ ਦਾ ਕਿ ਸ਼ਾਮ ਦਾ ਮੂਰਤ ਕੱਢਣਾ। ਬੜੇ ਸਿੱਖ ਫਸੇ ਹੋਏ ਨੇ ਮੂਰਤ ਦੇ ਚੱਕਰ ਵਿੱਚ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਵੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਹੇ ਮਾਲਕ ਜੀ, ਮੈਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ, ਤੁਹਾਡੀ ਯਾਦ ਦਾ ਦਾਨ ਮੰਗਦਾ ਹਾਂ, ਮੇਰੀ ਝੋਲੀ ਇਹ ਦਾਤ ਪਾ ਦਿਓ। ਫਿਰ ਹਰ ਇੱਕ ਦਿਨ, ਹਰ ਇੱਕ ਸਮਾਂ, ਹਰ ਇੱਕ ਮੂਰਤ ਚੰਗਾ ਹੋਵੇਗਾ। ਗੁਰ ਚਰਨ ਲਾਗੇ ਦਿਨ ਸੁਭਾਗੇ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਉਹਦੇ ਲਈ ਵੀਰ ਸ਼ੁੱਕਰ ਸ਼ਨੀ ਸਭ ਆਨੰਦਮਈ ਨੇ। ਆਓ ਫਿਰ ਯਤਨ ਕਰੀਏ। ਮਹੀਨੇ ਦੀ ਸੰਪੂਰਨਤਾ ਹੀ ਹੋਈ ਹੈ। ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਕਮਾਈਏ। ਇੱਕ ਦਿਨ ਨਹੀਂ, ਰੋਜ਼ ਕਰਤੇ ਦੀ ਯਾਦ ਵਿੱਚ ਜੁੜਨਾ ਹੈ, ਰੋਜ਼ ਸਿਮਰਨ ਵਿੱਚ ਜੁੜਨਾ। ਜਿਹੜਾ ਰੋਜ਼ ਜੁੜਦਾ ਹੈ ਸਤਿਗੁਰੂ ਦੀ ਕਿਰਪਾ ਸਦਕਾ ਉਹਦੇ ਜੀਵਨ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਬੇਅੰਤ ਭੁੱਲਾਂ ਦੀ ਖਿਮਾ, ਗੁਰ ਫਤਿਹ ਦੀ ਸਾਂਝ ਕਰੋ ਪਿਆਰ ਨਾਲ ਸਾਰੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ।